ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਦੋਂ ਪ੍ਰਕਾਸ਼ ਗਲੇ ਵਾਲੇ ਚੱਕਰ ਵਿੱਚ ਪਹੁੰਚ ਜਾਂਦਾ ਹੈ ਤਾਂ ਇਸੇ ਹੀ ਪ੍ਰਕਾਸ਼ ਰੂਪੀ ਅਗਨ ਨੇ ਬਿਲਕੁਲ ਉੱਪਰ ਚਲੇ ਜਾਣਾ ਹੈ, ਜਿੱਥੇ ਆਪਾਂ ਜੂੜਾ ਕਰਦੇ ਹਾਂ। ਉਸ ਨੂੰ ਸਹਾਸਰਾ ਚੱਕਰ ਵੀ ਕਿਹਾ ਜਾਂਦਾ ਹੈ। ਜਦੋਂ ਸਹਾਸਰਾ ਚੱਕਰ ਦੇ ਵਿੱਚ ਪ੍ਰਕਾਸ਼ ਪਹੁੰਚ ਜਾਂਦਾ ਹੈ ਤੇ ਸਾਨੂੰ ਬਹੁਤ ਸੋਝੀ ਆ ਜਾਂਦੀ ਹੈ, ਸਾਨੂੰ ਗਿਆਨ ਹੋ ਜਾਂਦਾ ਹੈ। ਅਸੀਂ ਬੋਲਦੇ ਹਾਂ ਤਾਂ ਉਸ ਨੂੰ ਪਹਿਲਾਂ ਤੋਲਦੇ ਹਾਂ। ਪਹਿਲਾਂ ਜਿੱਦਾਂ ਆਪਾਂ ਫਜ਼ੂਲ ਦੀਆਂ ਗੱਲਾਂ ਕਰੀ ਜਾਂਦੇ ਸਾਂ, ਉਹ ਗੱਲਾਂ 'ਤੇ ਬਿਲਕੁਲ ਹੀ ਕੰਟਰੋਲ ਹੋ ਜਾਵੇਗਾ। ਸਾਡੇ ਜੀਵਨ ਦੇ ਵਿੱਚ ਸਹਿਜ ਆ ਜਾਵੇਗਾ, ਆਪਣੇ ਆਪ ਹੀ ਇਹ ਕਿਰਿਆ ਸ਼ੁਰੂ ਹੋ ਜਾਵੇਗੀ। ਸਾਧਕ ਦੇ ਜੀਵਨ 'ਚ ਬਿਲਕੁਲ ਉਸੇ ਹੀ ਤਰ੍ਹਾਂ ਹੋਵੇਗਾ ਜਿੱਦਾਂ ਇੱਕ ਕਮਰੇ ਦੇ ਵਿੱਚ ਹਨੇਰਾ ਹੋਵੇ ਤੇ ਦੀਪਕ ਪ੍ਰਕਾਸ਼ਮਾਨ ਹੋ ਜਾਣ ਦੇ ਨਾਲ ਹਨੇਰਾ ਚਲਾ ਜਾਂਦਾ ਹੈ। ਉਸੇ ਹੀ ਤਰ੍ਹਾਂ ਜਦੋਂ ਵੀ ਇਹ ਬ੍ਰਹਮ ਅਗਨ ਮਸਤਕ ਦੇ ਉੱਪਰ ਵਾਲੇ ਹਿੱਸੇ ਵਿੱਚ ਪਹੁੰਚ ਜਾਂਦੀ ਹੈ, ਉਸ ਦੇ ਨਾਲ ਜੀਵਨ ਵਿੱਚ ਆਪਣੇ ਆਪ ਹੀ ਬਹੁਤ ਸਾਰੇ ਪਰਿਵਰਤਨ ਆਉਣੇ ਸ਼ੁਰੂ ਹੋ ਜਾਂਦੇ ਹਨ। ਆਪਾਂ ਸਧਾਰਨ ਤੌਰ 'ਤੇ ਜਿਹੜੀ ਵੀ ਇੰਦਰੀ ਦੀ ਜ਼ਿਆਦਾ ਵਰਤੋਂ ਕਰਦੇ ਹਾਂ, ਉਹ ਇਸੇ ਬ੍ਰਹਮ ਅਗਨ ਦੇ ਨਾਲ ਹੀ ਚੱਲਦੀ ਹੈ। ਜਦੋਂ ਪ੍ਰਕਾਸ਼ ਸਹਾਸਰਾ ਚੱਕਰ ਦੇ ਉੱਪਰ ਵਾਲੇ ਹਿੱਸੇ ਵਿੱਚ ਪਹੁੰਚ ਜਾਂਦਾ ਹੈ ਤਾਂ ਅਸੀਂ ਇਹਨਾਂ ਸਾਰੀਆਂ ਇੰਦਰੀਆਂ ਦਾ ਫਾਲਤੂ ਇਸਤੇਮਾਲ ਕਰਨਾ ਬੰਦ ਕਰ ਦਿੰਦੇ ਹਾਂ। ਆਪਾਂ ਫਿਰ ਜ਼ਿਆਦਾ ਬੋਲਦੇ ਨਹੀਂ ਹਾਂ। ਆਪਾਂ ਕਿਸੇ ਵੀ ਇੰਦਰੀ ਦਾ ਜ਼ਿਆਦਾ ਮਿਸਯੂਜ਼ ਨਹੀਂ ਕਰਦੇ ਹਾਂ, ਚਾਹੇ ਉਹ ਕਾਮ ਇੰਦਰੀ ਹੈ। ਇੰਦਰੀਆਂ 'ਤੇ ਸੰਜਮ ਕਰਨ ਦਾ ਇੱਕ ਬਹੁਤ ਵੱਡਾ ਰੀਜ਼ਨ ਹੈ, ਕਿਉਂਕਿ ਬੱਜਰ ਕਪਾਟ ਜੋ ਹਨ ਉਹਨਾਂ ਨੂੰ ਖੋਲ੍ਹਣ ਦੇ ਲਈ ਕਾਫੀ ਜ਼ਿਆਦਾ ਵੱਡੇ ਲੈਵਲ 'ਤੇ ਬ੍ਰਹਮ ਅਗਨ ਦੀ ਜ਼ਰੂਰਤ ਪੈਂਦੀ ਹੈ। ਸੋ ਇਸੇ ਕਰਕੇ ਹੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਲੋਕ ਜਿਹੜਾ ਹੀ ਮੌਨ ਧਾਰਦੇ ਸਨ ਜਾਂ ਬ੍ਰਹਮਚਰਜ ਦੀ ਪਾਲਣਾ ਕਰਦੇ ਸਨ, ਕਿਉਂਕਿ ਸਾਰੀ ਖੇਡ ਜਿਹੜੀ ਹੈ ਉਹ એનર્ਜੀ ਦੀ ਹੀ ਹੈ। ਹੁਣ ਸਧਾਰਨ ਤੌਰ 'ਤੇ ਦੇਖਿਆ ਜਾਵੇ ਤਾਂ ਮਨ ਦੀ ਜਿਹੜੀ ਦੌੜ ਹੈ ਉਹ ਬਾਹਰ ਮੁਖੀ ਹੈ। ਉਹ ਦ੍ਰਿਸ਼ਟ ਮਨ ਜਗਤ ਵੱਲ ਭੱਜ ਰਿਹਾ ਹੈ, ਕਿਉਂਕਿ ਜਿਹੜੀ ਸੁਰਤੀ ਹੈ ਉਹ ਹਉਮੈ ਦੇ ਵਿੱਚ ਕਾਰਜ ਕਰ ਰਹੀ ਹੈ। ਜੋ ਮਨ ਹੈ ਉਹ ਸੁਰਤੀ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਪੂਰੀ ਕੋਸ਼ਿਸ਼ ਕਰਦਾ ਹੈ। ਸੁਰਤੀ ਚਾਹੁੰਦੀ ਹੈ ਕਿ ਮੈਨੂੰ ਫਲਾਣਾ ਪਦਾਰਥ ਮਿਲੇ, ਮੈਨੂੰ ਫਲਾਣਾ ਇਨਸਾਨ ਮਿਲੇ। ਮਨ ਉਸ ਚੀਜ਼ ਨੂੰ ਪੂਰਾ ਕਰਨ ਦੇ ਲਈ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਦਾ ਇਸਤੇਮਾਲ ਕਰਦਾ ਹੈ। ਪਰ ਸੁਰਤੀ ਦੀ ਜੋ ਖੋਜ ਹੈ ਉਹ ਹੈ ਆਤਮਾ ਦੀ। ਪਰ ਇਹ ਭਰਮ ਦੇ ਕਰਕੇ ਦ੍ਰਿਸ਼ਟਮਨ ਜਗਤ ਵਿੱਚ ਭੁੱਲ ਗਈ ਆਪਣੇ ਆਪ ਨੂੰ, ਤੇ ਇਹ ਕੀ ਕਰ ਰਹੀ ਹੈ, ਇਹਨਾਂ ਰਸਾਂ ਨੂੰ ਭੋਗਣਾ ਚਾਹੁੰਦੀ ਹੈ। ਇਹਦੀ ਜਿਹੜੀ ਤ੍ਰਿਪਤੀ ਤਦ ਤੱਕ ਨਹੀਂ ਹੋਣੀ ਜਦ ਤੱਕ ਇਹ ਵਾਪਸ ਆਤਮ ਤੱਤ ਵਿੱਚ ਲੀਨ ਨਹੀਂ ਹੋ ਜਾਂਦੀ। ਇਸ ਨੂੰ ਲੀਨ ਕਰਨ ਦੇ ਲਈ ਮਨ ਨੇ ਹੀ ਇਸ ਦੀ ਮਦਦ ਕਰਨੀ ਹੈ। ਸਧਾਰਨ ਤੌਰ 'ਤੇ ਆਪ ਦੇਖੋ, ਆਪ ਨੂੰ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਜਦੋਂ ਅੰਦਰੋਂ ਇੱਕ ਆਵਾਜ਼ ਆਉਂਦੀ ਹੈ, ਜਦੋਂ ਵੀ ਆਪ ਨੂੰ ਉਹ ਚੀਜ਼ ਪ੍ਰਾਪਤ ਹੋ ਜਾਵੇਗੀ, ਆਪ ਦਾ ਮਨ ਉਹ ਚੀਜ਼ ਨੂੰ ਛੱਡ ਕੇ ਅੱਗੇ ਤੁਰ ਪਵੇਗਾ, ਫਿਰ ਦੂਜੀ ਚੀਜ਼ ਵੱਲ ਜਾਵੇਗਾ। ਜਦੋਂ ਦੂਜੀ ਚੀਜ਼ ਵੀ ਪ੍ਰਾਪਤ ਹੋ ਗਈ, ਇਹਨੇ ਤੀਜੀ ਵੱਲ ਤੁਰ ਪੈਣਾ। ਕਹਿਣ ਤੋਂ ਭਾਵ ਹੈ ਕਿ ਮਨ ਜਿਹੜਾ ਨਾ ਕੰਟੀਨਿਊ ਗਤੀਵਾਨ ਹੈ ਔਰ ਇਹ ਕਿਤੇ ਨਹੀਂ ਰੁਕੇਗਾ। ਔਰ ਜਿੰਨਾ ਚਿਰ ਠਹਿਰਾਓ ਨਹੀਂ ਆਉਂਦਾ, ਉਹਨਾਂ ਚਿਰ ਜੀਵਨ ਦੇ ਵਿੱਚ ਪਰਮ ਸ਼ਾਂਤੀ ਤੇ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਾਹਰੀ ਪਦਾਰਥਾਂ ਦੇ ਨਾਲ ਮਨੁੱਖ ਸੁਖੀ ਨਹੀਂ ਹੋ ਸਕਦਾ। ਆਪ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰ ਮਨੁੱਖ ਨੂੰ ਇੱਕ ਭਰਮ ਪੈ ਗਿਆ ਹੈ ਕਿ ਸ਼ਾਇਦ ਜ਼ਿਆਦਾ ਪੈਸਾ ਆਉਣ ਦੇ ਨਾਲ ਮੈਂ ਸੁਖੀ ਹੋ ਜਾਵਾਂਗਾ, ਪਰ ਇਸ ਨੂੰ ਇਹ ਨਹੀਂ ਪਤਾ ਕਿ ਜਿਹੜਾ ਸੁੱਖ ਹੈ ਇਹ ਟੈਂਪਰੇਰੀ ਹੈ, ਇਸ ਨੇ ਆਉਣਾ ਹੈ ਤੇ ਜਾਣਾ ਹੈ। ਤੇਰੀ ਜਿਹੜੀ ਮੇਨ ਜਿਹੜੀ ਪ੍ਰਾਪਤੀ ਹੈ ਉਹ ਹੈ ਪਰਮ ਆਨੰਦ ਤੇ ਪਰਮ ਸ਼ਾਂਤੀ ਦੀ। ਇਹ ਦੋਨੋਂ ਜਿਹੜੀਆਂ ਚੀਜ਼ਾਂ ਹਨ, ਪਰਮ ਆਨੰਦ ਤੇ ਪਰਮ ਸ਼ਾਂਤੀ, ਇਹ ਦੋਨੋਂ ਅਕਾਰਨ ਹਨ, ਕਿਸੇ ਕਾਰਨ ਨਹੀਂ ਹਨ। ਇਹ ਹਰ ਇੱਕ ਇਨਸਾਨ ਦਾ ਆਪਣਾ ਹੀ ਰੂਪ ਹੈ, ਉਹਦੀ ਖੁਦ ਦਾ ਇੱਕ ਵਜੂਦ ਹੈ ਜੋ ਅੰਤਰਾਕਰਨ ਦੇ ਵਿੱਚ ਹੈ। ਸੁਰਤੀ ਅਗਿਆਨ ਦੇ ਕਰਕੇ ਇੱਕ ਵਿਡੰਬਨਾ ਦੇ ਵਿੱਚ ਫਸ ਗਈ ਹੈ। ਇਹ ਆਪਣੇ ਸਰੂਪ ਨੂੰ, ਆਪਣੇ ਅੰਤਰਾਕਰਨ ਨੂੰ ਛੱਡ ਕੇ ਇਹ ਬਾਹਰ ਮੁਖੀ ਹੋ ਗਈ ਹੈ, ਜਿਸ ਕਰਕੇ ਇਹ ਜੀਵਨ ਭਰ ਮੋਹ ਕਰਦੀ ਹੈ ਅਤੇ ਦੁਖੀ ਅਤੇ ਪਰੇਸ਼ਾਨ ਹੁੰਦੀ ਰਹਿੰਦੀ ਹੈ। ਸੁਰਤੀ ਅਨੰਤ ਜਨਮਾਂ ਤੋਂ ਭਰਮ ਦੇ ਕਾਰਨ ਮਰਨ ਜੰਮਣ ਦੇ ਗੇੜ ਵਿੱਚ ਭਟਕ ਰਹੀ ਹੈ। ਹਰ ਇੱਕ ਮਨੁੱਖ ਦੇ ਅੰਦਰ ਇੱਕ ਐਸਾ ਬਿੰਦੂ ਹੈ, ਜਦੋਂ ਵੀ ਸੁਰਤੀ ਮਨ ਨੂੰ ਨਾਲ ਲੈ ਕੇ ਉਸ ਚੀਜ਼ ਵਿੱਚ ਪ੍ਰਵੇਸ਼ ਕਰੇਗੀ ਤਾਂ ਆਟੋਮੈਟਿਕਲੀ ਹੀ ਇਸ ਦੌੜ ਨੇ ਬੰਦ ਹੋ ਜਾਣਾ ਹੈ। ਇਹ ਦੌੜ
ਉਨਾ ਚਿਰ ਤੱਕ ਸਮਾਪਤ ਨਹੀਂ ਹੋ ਸਕਦੀ ਜਿੰਨਾ ਚਿਰ ਤੱਕ ਮਨੁੱਖ ਆਪਣੇ ਅੰਤਰਾਕਰਨ ਵਿੱਚ ਪ੍ਰਵੇਸ਼ ਨਹੀਂ ਕਰਦਾ। ਧਿਆਨ ਸਿਮਰਨ ਇੱਕ ਐਸੀ ਵਿਧੀ ਹੈ ਜਿਸ ਦੀ ਮਦਦ ਨਾਲ ਮਨੁੱਖ ਅਧਿਆਤਮਿਕ ਜੀਵਨ ਵਿੱਚ ਆਪਣੇ ਆਪ ਹੀ ਪ੍ਰਵੇਸ਼ ਕਰ ਜਾਂਦਾ ਹੈ। ਜਿਵੇਂ ਜਿਵੇਂ ਮਨੁੱਖ ਦਾ ਅਧਿਆਤਮਿਕ ਜੀਵਨ ਵਿੱਚ ਪ੍ਰਵੇਸ਼ ਹੋਵੇਗਾ, ਤਿਵੇਂ ਤਿਵੇਂ ਮਨੁੱਖ ਦੇ ਅੰਦਰ ਅਨੁਭਵ ਕਰਨ ਦੀ ਸ਼ਕਤੀ ਵੱਧਦੀ ਜਾਵੇਗੀ। ਅੰਤਰਾਕਰਨ ਹੋਰ ਜ਼ਿਆਦਾ ਸੰਵੇਦਨਸ਼ੀਲ ਹੋ ਜਾਵੇਗਾ। ਜਪ, ਤਪ ਅਤੇ ਧਿਆਨ, ਇਹ ਤਿੰਨ ਬਹੁਤ ਵੱਡੀਆਂ ਜੋ ਵਿਧੀਆਂ ਹਨ ਜਿਨ੍ਹਾਂ ਦੇ ਨਾਲ ਮਨੁੱਖ ਆਪਣੇ ਚਿੱਤ ਨੂੰ ਸ਼ੁੱਧ ਕਰ ਸਕਦਾ ਹੈ। ਜਿੰਨਾ ਚਿਰ ਤੱਕ ਚਿੱਤ ਨਿਰਮਲ ਨਹੀਂ ਹੁੰਦਾ, ਉਨਾ ਚਿਰ ਤੱਕ ਮਨੁੱਖ ਨੂੰ ਅਗਿਆਨ ਰੂਪੀ ਭਰਮ ਤੋਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਮੁਕਤੀ ਜੋ ਹੈ ਉਹ ਹੈ ਕਿਸੇ ਚੀਜ਼ ਦਾ ਬੰਦ ਕਰ ਦੇਣਾ, ਕਿਸੇ ਕਿਰਿਆ ਨੂੰ ਸਟਾਪ ਕਰ ਦੇਣਾ। ਇਹ ਗਿਆਨ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। ਗਿਆਨ ਰੂਪੀ ਜੋ ਝਰਨਾ ਹੈ ਉਹ ਧਿਆਨ ਸਿਮਰਨ ਦੇ ਨਾਲ ਹੀ ਮਨੁੱਖ ਦੇ ਅੰਤਰਾਕਰਨ ਵਿੱਚ ਪ੍ਰਗਟ ਹੋ ਸਕਦਾ ਹੈ। ਆਪਾਂ ਧਿਆਨ ਸਿਮਰਨ ਦੀ ਮਦਦ ਨਾਲ ਆਪਣੇ ਅੰਤਰਾਕਰਨ ਨੂੰ ਬ੍ਰਹਮ ਅਗਨ ਦੇ ਨਾਲ ਪ੍ਰਕਾਸ਼ਮਾਨ ਕਰਨਾ ਹੈ। ਇਸ ਅੰਤਰਾਕਰਨ ਦੇ ਵਿੱਚ ਪ੍ਰਕਾਸ਼ ਹੋਣ ਦੇ ਨਾਲ ਅਗਿਆਨ ਰੂਪੀ ਹਨੇਰੇ ਨੇ ਆਪਣੇ ਆਪ ਹੀ ਸਾਡੇ ਤੋਂ ਅਲੱਗ ਹੋ ਜਾਣਾ ਹੈ। ਜਿੰਨਾ ਚਿਰ ਤੱਕ ਅਸੀਂ ਆਪਣੇ ਅੰਤਰਾਕਰਨ ਵਿੱਚ ਆਤਮ ਪ੍ਰਕਾਸ਼ ਦੀਆਂ ਕਿਰਨਾਂ ਨੂੰ ਅਨੁਭਵ ਨਹੀਂ ਕਰ ਲੈਂਦੇ, ਉਹਨਾਂ ਚਿਰ ਤੱਕ ਵਿਰਾਗ ਰੂਪੀ ਝਰਨਾ ਸਾਡੇ ਅੰਤਰਾਕਰਨ ਵਿੱਚ ਪ੍ਰਗਟ ਨਹੀਂ ਹੋਵੇਗਾ। ਵਿਰਾਗ ਕੋਈ ਸੰਸਾਰਿਕ ਪਦਾਰਥਾਂ ਦਾ ਤਿਆਗ ਕਰਨਾ ਨਹੀਂ ਹੈ। ਵਿਰਾਗ ਇੱਕ ਧਾਰਾ ਹੈ ਜੋ ਸਾਡੀ ਸੁਰਤੀ ਨੂੰ ਸੰਸਾਰ ਤੋਂ ਤੋੜਦੀ ਹੈ। ਇਹ ਵਿਰਾਗ ਰੂਪੀ ਧਾਰਾ ਜੋ ਹੈ ਸਾਡੇ ਅੰਤਰਾਕਰਨ ਵਿੱਚ ਆਪਣੇ ਆਪ ਹੀ ਪ੍ਰਗਟ ਹੋ ਜਾਂਦੀ ਹੈ ਜਦੋਂ ਅਸੀਂ ਲਗਾਤਾਰ ਧਿਆਨ ਸਿਮਰਨ ਕਰਦੇ ਹਾਂ। ਵਿਰਾਗ ਅਤੇ ਵਿਵੇਕ ਬੁੱਧੀ ਦਾ ਬਹੁਤ ਹੀ ਗੂੜਾ ਸੰਬੰਧ ਹੈ। ਜਿੰਨਾ ਜ਼ਿਆਦਾ ਸਾਡੇ ਅੰਤਰਾਕਰਨ ਵਿੱਚ ਵਿਰਾਗ ਦਾ ਝਰਨਾ ਪ੍ਰਗਟ ਹੋਵੇਗਾ, ਉਨੀ ਹੀ ਜ਼ਿਆਦਾ ਵਿਵੇਕ ਬੁੱਧੀ ਦਾ ਸਾਡੇ ਅੰਦਰ ਵਾਧਾ ਹੋਈ ਜਾਵੇਗਾ। ਸਾਧ ਸੰਗਤ ਜੀ, ਇਸ ਗੱਲ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਬਾਹਰੀ ਪਦਾਰਥਾਂ ਦਾ ਤਿਆਗ ਕਰਨ ਦੇ ਨਾਲ ਅੰਤਰਾਕਰਨ ਦੇ ਵਿੱਚ ਵਿਰਾਗ ਪੈਦਾ ਨਹੀਂ ਹੋ ਸਕਦਾ। ਹਰ ਇੱਕ ਮਨੁੱਖ ਦਾ ਜੋ ਸੁਭਾਅ ਹੈ ਉਹ ਉਸ ਦੇ ਅੰਤਰਾਕਰਨ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਆਪਣੇ ਸੁਭਾਅ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਅੰਤਰਾਕਰਨ ਵਿੱਚ ਹੀ ਕੋਈ ਬਦਲਾਅ ਕਰਨਾ ਪੈਣਾ ਹੈ। ਅਸੀਂ ਬਿਮਾਰੀ ਦਾ ਇਲਾਜ ਨਹੀਂ ਕਰਨਾ, ਅਸੀਂ ਉਸ ਚੀਜ਼ ਦਾ ਇਲਾਜ ਕਰਨਾ ਹੈ ਜਿਸ ਦੇ ਕਰਕੇ ਸਾਡੇ ਅੰਤਰਾਕਰਨ ਦੇ ਵਿੱਚ ਬਿਮਾਰੀ ਪੈਦਾ ਹੋ ਰਹੀ ਹੈ। ਜਦੋਂ ਵੀ ਸਾਡੇ ਅੰਦਰ ਵਿਵੇਕ ਬੁੱਧੀ ਦਾ ਝਰਨਾ ਪ੍ਰਗਟ ਹੋ ਗਿਆ, ਇਸ ਨੇ ਆਪਣੇ ਆਪ ਹੀ ਸਾਡੇ ਅਤੇ ਬ੍ਰਹਮ ਦੇ ਵਿਚਕਾਰ ਜੋ ਵੀ ਰੁਕਾਵਟਾਂ ਹਨ ਉਹਨਾਂ ਨੂੰ ਦੂਰ ਕਰਦੇ ਜਾਣਾ ਹੈ। ਜਿਸ ਤਰ੍ਹਾਂ ਇੱਕ ਝੀਲ ਦੇ ਉੱਪਰ ਜਦੋਂ ਕਾਈ ਆ ਜਾਂਦੀ ਹੈ ਤਾਂ ਉਸ ਝੀਲ ਦੇ ਵਿੱਚੋਂ ਚੰਦਰਮਾ ਦਾ ਪ੍ਰਤੀਬਿੰਬ ਸਹੀ ਤਰ੍ਹਾਂ ਨਹੀਂ ਪ੍ਰਗਟ ਹੁੰਦਾ। ਇਸੇ ਹੀ ਕਰਕੇ ਅਗਿਆਨਤਾ ਰੂਪੀ ਜੋ ਕਾਈ ਸਾਡੇ ਅੰਤਰਾਕਰਨ ਵਿੱਚ ਜੰਮ ਗਈ ਹੈ, ਉਸ ਕਰਕੇ ਅਸੀਂ ਬ੍ਰਹਮ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਸ ਨੂੰ ਅਨੁਭਵ ਕਰਨ ਤੋਂ ਅਸਮਰੱਥ ਹੋ ਗਏ ਹਾਂ। ਵਿਵੇਕ ਬੁੱਧੀ ਇੱਕ ਐਸੀ ਸ਼ਕਤੀ ਹੈ ਜਿਸ ਨੇ ਆਪਣੇ ਆਪ ਹੀ ਅਗਿਆਨਤਾ ਰੂਪੀ ਕਾਈ ਨੂੰ ਸਾਡੇ ਤੋਂ ਅਲੱਗ ਕਰ ਦੇਣਾ ਹੈ। ਇੱਕ ਸਮਾਂ ਆਵੇਗਾ ਜਦੋਂ ਅਗਿਆਨਤਾ ਰੂਪੀ ਕਾਈ ਤੋਂ ਸਾਨੂੰ ਪੂਰਨ ਤੌਰ ਤੇ ਮੁਕਤੀ ਮਿਲ ਜਾਵੇਗੀ, ਤਾਂ ਸਾਨੂੰ ਆਪਣੇ ਅੰਤਰਾਕਰਨ ਵਿੱਚ ਹੀ ਆਪਣੀ ਆਤਮਾ ਦੇ ਦਰਸ਼ਨ ਪ੍ਰਾਪਤ ਹੋ ਜਾਣੇ ਹਨ। ਜਦੋਂ ਸਾਡਾ ਮਨ ਸੁਰਤੀ ਵਿੱਚ ਲੀਨ ਹੋ ਜਾਂਦਾ ਹੈ ਅਤੇ ਸੁਰਤੀ ਆਤਮ ਤੱਤ ਵਿੱਚ ਲੀਨ ਹੋ ਜਾਂਦੀ ਹੈ, ਤਾਂ ਵਿਰਾਗ ਰੂਪੀ ਝਰਨੇ ਨੇ ਆਪਣੇ ਆਪ ਹੀ ਸਾਡੇ ਅੰਤਰਾਕਰਨ ਵਿੱਚ ਪ੍ਰਗਟ ਹੋ ਜਾਣਾ ਹੈ। ਬਾਹਰਮੁਖੀ ਅਤੇ ਅੰਤਰਮੁਖੀ ਇੱਕੋ ਹੀ ਸ਼ਕਤੀ ਦਾ ਬਹਾਓ ਹੈ। ਜਦੋਂ ਸੁਰਤੀ ਬਾਹਰ ਵੱਲ ਗਤੀ ਕਰਦੀ ਹੈ, ਇਸ ਨਾਲ ਕੀ ਹੁੰਦਾ ਹੈ ਕਿ ਅੰਦਰ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ ਹੈ। ਜਦੋਂ ਸੁਰਤੀ ਆਪਣੇ ਅੰਤਰਾਕਰਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਕਹਿਣ ਤੋਂ ਭਾਵ ਮਨ ਅੰਤਰਮੁਖੀ ਹੋ ਜਾਂਦਾ ਹੈ, ਉਸ ਦੇ ਨਾਲ ਇਸ ਨੇ ਪਰਮਾਨੰਦ ਅਤੇ ਪਰਮ ਸ਼ਾਂਤੀ ਦਾ ਰੂਪ ਹੀ ਧਾਰਨ ਕਰ ਲੈਣਾ ਹੈ। ਮਨ ਨੂੰ ਅੰਤਰਮੁਖੀ ਹੋਣ ਦੇ ਵਿੱਚ ਜੋ ਸਭ ਤੋਂ ਵੱਡੀ ਰੁਕਾਵਟ ਪੈਦਾ ਕਰਦੇ ਹਨ ਉਹ ਹਨ ਅਵਗੁਣ।
ਜਦੋਂ ਸੁਰਤੀ ਦਾ ਸੰਬੰਧ ਆਤਮ ਤੱਤ ਦੇ ਨਾਲ ਹੋ ਜਾਂਦਾ ਹੈ ਤਾਂ ਮਨ ਨੇ ਆਪਣੇ ਆਪ ਹੀ ਅੰਤਰਮੁਖੀ ਹੋ ਜਾਣਾ ਹੈ। ਜਿਸ ਤਰ੍ਹਾਂ ਇੱਕ ਅਣਘੜੇ ਹੀਰੇ ਵਿੱਚ ਚਮਕ ਨਹੀਂ ਹੁੰਦੀ, ਉਸ ਨੂੰ ਘੜਨਾ ਪੈਂਦਾ ਹੈ। ਇਸੇ ਹੀ ਤਰ੍ਹਾਂ ਸਾਧਕ ਨੂੰ ਕਈ ਸਾਧਨਾ ਦੇ ਪੜਾਵਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ, ਤਾਂ ਹੀ ਉਸ ਨੂੰ ਆਤਮਿਕ ਅਡੋਲਤਾ ਵਾਲੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਜਿੰਨਾ ਚਿਰ ਤੱਕ ਸਾਨੂੰ ਆਤਮਿਕ ਅਡੋਲਤਾ ਵਾਲੀ ਅਵਸਥਾ ਪ੍ਰਾਪਤ ਨਹੀਂ ਹੋ ਜਾਂਦੀ, ਉਨਾ ਚਿਰ ਤੱਕ ਸਾਡਾ ਕਲਿਆਣ ਨਹੀਂ ਹੋ ਸਕਦਾ ਅਤੇ ਨਾ ਹੀ ਸਾਨੂੰ ਦੁੱਖਾਂ ਕਲੇਸ਼ਾਂ ਤੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਸਰਬ ਵਿਆਪਕ ਆਤਮਾ ਰੂਪੀ ਜੋ ਸ਼ਕਤੀ ਹੈ, ਜਦੋਂ ਮਨੁੱਖ ਆਪਣੇ ਅੰਤਰਾਕਰਣ ਦੇ ਵਿੱਚ ਉਸ ਦੇ ਦਰਸ਼ਨ ਕਰਦਾ ਹੈ, ਉਸ ਦੇ ਦਰਸ਼ਨ ਕਰਨ ਦੇ ਨਾਲ ਹੀ ਸੁਰਤੀ ਹਉਮੈ ਤੋਂ ਮੁਕਤ ਹੋ ਜਾਂਦੀ ਹੈ। ਜਦੋਂ ਮਨੁੱਖ ਨਿਰਵਿਚਾਰ ਅਵਸਥਾ ਦੇ ਵਿੱਚ ਆਪਣੇ ਆਤਮ ਤੱਤ ਨੂੰ ਬਾਰ-ਬਾਰ ਅਨੁਭਵ ਕਰਦਾ ਹੀ ਜਾਂਦਾ ਹੈ, ਉਸ ਦੇ ਨਾਲ ਮਨੁੱਖ ਨੂੰ ਆਪਣੇ ਆਪ ਵਿੱਚ ਸਥਿਰਤਾ ਪ੍ਰਾਪਤ ਹੋਣ ਲੱਗ ਜਾਂਦੀ ਹੈ। ਜਦੋਂ ਮਨੁੱਖ ਆਪਣੇ ਆਪ ਵਿੱਚ ਸਥਿਰ ਹੋ ਜਾਂਦਾ ਹੈ, ਉਸ ਦੇ ਨਾਲ ਮਨੁੱਖ ਦੇ ਅੰਤਰਾਕਰਣ ਵਿੱਚ ਦੈਵੀ ਗੁਣ, ਕਹਿਣ ਤੋਂ ਭਾਵ ਚੰਗੇ ਗੁਣ, ਆਪਣੇ ਆਪ ਹੀ ਪ੍ਰਗਟ ਹੋਣ ਲੱਗ ਜਾਂਦੇ ਹਨ। ਇਹ ਮਨੁੱਖ ਦੇਖ ਕੇ ਅੰਡਿਠ ਕਰ ਦੇਵੇਗਾ, ਅਵਗੁਣਾਂ ਦਾ ਤਿਆਗ ਕਰ ਦੇਗਾ, ਈਰਖਾ ਦਾ ਤਿਆਗ ਕਰ ਦੇਗਾ, ਕ੍ਰੋਧ ਦਾ ਤਿਆਗ ਕਰ ਦੇਗਾ, ਦੁਵੇਸ਼ ਦਾ ਤਿਆਗ ਕਰ ਦੇਵੇਗਾ ਅਤੇ ਅੰਤਰਾਕਰਣ ਵਿੱਚੋਂ ਨਿਡਰ ਪਦ ਨੂੰ ਪ੍ਰਾਪਤ ਕਰ ਲਵੇਗਾ। ਜਿੰਨੇ ਵੀ ਅਵਗੁਣ ਹਨ, ਉਹਨਾਂ ਨੇ ਸ਼ਾਂਤ ਹੋ ਜਾਣਾ ਹੈ। ਉਸੇ ਸ਼ਕਤੀ ਨੇ ਚੰਗੇ ਗੁਣਾਂ ਵਿੱਚ ਪਰਿਵਰਤਨ ਹੋ ਜਾਣਾ ਹੈ। ਆਤਮ ਗਿਆਨ ਵਾਲੀ ਅਵਸਥਾ ਮਨੁੱਖ ਨੂੰ ਆਪਣੇ ਅੰਦਰ ਸਰਬ ਵਿਆਪਕ ਆਤਮਾ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਪ੍ਰਾਪਤ ਹੁੰਦੀ ਹੈ। ਬਿਨਾਂ ਆਤਮ ਗਿਆਨ ਦੇ ਨਾ ਤੇ ਮਨੁੱਖ ਨੂੰ ਪਰਮ ਜੀਵਨ, ਪਰਮ ਸ਼ਾਂਤੀ ਦੀ ਪ੍ਰਾਪਤ ਹੋ ਸਕਦੀ ਹੈ, ਨਾ ਹੀ ਮਨੁੱਖ ਨੂੰ ਇਸ ਮਰਨ ਜੰਮਣ ਦੀ ਕਿਰਿਆ ਤੋਂ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ। ਜਿਸ ਤਰ੍ਹਾਂ ਕਿਸੇ ਵੀ ਖਾਣ ਪੀਣ ਵਾਲੇ ਪਦਾਰਥ ਨੂੰ ਬਿਨਾਂ ਖਾਧੇ ਪੀਤੇ ਉਸ ਦੇ ਅਨੁਭਵ ਨੂੰ ਨਹੀਂ ਜਾਣਿਆ ਜਾ ਸਕਦਾ, ਉਸੇ ਹੀ ਤਰ੍ਹਾਂ ਆਤਮ ਗਿਆਨ ਵਾਲੀ ਅਵਸਥਾ ਨੂੰ ਅੱਖਰਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਧਕ ਸ਼ਬਦਾਂ ਤੋਂ ਰਹਿਤ ਅਵਸਥਾ ਵਿੱਚ ਹੀ ਆਤਮ ਤੱਤ ਨੂੰ ਅਨੁਭਵ ਕਰਦਾ ਹੈ। ਜਿਸ ਸ਼ਕਤੀ ਨੂੰ ਸ਼ਬਦਾਂ ਤੋਂ ਰਹਿਤ ਅਵਸਥਾ ਵਿੱਚ ਅਨੁਭਵ ਕੀਤਾ ਹੈ, ਉਸ ਨੂੰ ਫਿਰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸੇ ਮਨੁੱਖ ਨੂੰ ਆਪਣੇ ਅਸਲੀ ਰੂਪ ਦੇ ਦਰਸ਼ਨ ਕਰਨ ਲਈ ਜਪ, ਤਪ ਅਤੇ ਧਿਆਨ ਦੇ ਵਿੱਚੋਂ ਦੀ ਲੰਘ ਕੇ ਜਾਣਾ ਪਵੇਗਾ, ਤਾਂ ਹੀ ਅਗਿਆਨਤਾ ਰੂਪੀ ਭਰਮ ਤੋਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਮਨੁੱਖ ਦਾ ਮਰਨ ਜੰਮਣ ਦੀ ਕਿਰਿਆ ਵਿੱਚ ਘੁੰਮਣ ਦਾ ਜੋ ਕਾਰਨ ਹੈ, ਉਹ ਹੈ ਇਛਾਵਾਂ। ਇਛਾਵਾਂ ਦੇ ਕਾਰਨ ਹੀ ਸੁਰਤੀ ਸੰਸਾਰ ਦੇ ਨਾਲ ਬੱਝੀ ਹੋਈ ਹੈ। ਜੋ ਵੀ ਮਨੁੱਖ ਅਗਿਆਨ ਤੋਂ ਮੁਕਤ ਹੋ ਜਾਵੇਗਾ, ਉਹੀ ਮੁਕਤ ਹੈ। ਜੋ ਮਨੁੱਖ ਅਗਿਆਨ ਦੇ ਵਿੱਚ ਭਟਕੇਗਾ, ਉਸ ਨੇ ਹਮੇਸ਼ਾ ਲਈ ਬੰਧਨਾਂ ਦੇ ਵਿੱਚ ਬੱਝੇ ਹੀ ਰਹਿਣਾ ਹੈ। ਸਾਡੇ ਅੰਦਰ ਜੋ ਪ੍ਰਾਣ ਐਨਰਜੀ ਹੈ, ਉਹ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਰਾਹੀਂ ਕਾਰਜ ਕਰਦੀ ਹੈ। ਜਦੋਂ ਅਸੀਂ ਸਾਧਨਾ ਦੇ ਵਿੱਚ ਆਪਣੇ ਮੂੰਹ ਨੂੰ ਬੰਦ ਕਰ ਲੈਂਦੇ ਹਾਂ, ਆਪਣੀਆਂ ਅੱਖਾਂ ਨੂੰ ਬੰਦ ਕਰ ਲੈਂਦੇ ਹਾਂ ਅਤੇ ਆਪਣੇ ਕੰਨਾਂ ਨੂੰ ਬੰਦ ਕਰ ਲੈਂਦੇ ਹਾਂ, ਤਾਂ ਕੀ ਹੋਵੇਗਾ ਕਿ ਸਾਰੀ એનર્ਜੀ ਜੋ ਇਹਨਾਂ ਇੰਦਰੀਆਂ ਦੇ ਵਿੱਚ ਜਾਂਦੀ ਸੀ, ਉਹ ਸਾਰੀ ਸਾਡੇ ਮਸਤਕ ਵਿੱਚ ਆ ਜਾਂਦੀ ਹੈ। ਇਸ ਅਵਸਥਾ ਵਿੱਚ ਜਦੋਂ ਅਸੀਂ ਆਪਣੇ ਧਿਆਨ ਨੂੰ, ਆਪਣੀ ਸੁਰਤੀ ਨੂੰ ਦੋਨੋਂ ਪ੍ਰਵੱਟਿਆਂ ਦੇ ਵਿਚਕਾਰ ਇਕਾਗਰ ਕਰਦੇ ਹਾਂ, ਤਾਂ ਕੀ ਹੋਵੇਗਾ, ਇਹ ਸ਼ਕਤੀ ਹੌਲੀ ਹੌਲੀ ਕਰਕੇ ਉਸ ਡਾਇਰੈਕਸ਼ਨ ਨੂੰ ਮੂਵ ਹੋਣੀ ਸ਼ੁਰੂ ਹੋ ਜਾਵੇਗੀ। ਜਦੋਂ ਵੀ ਇਸ ਪ੍ਰਾਣ ਸ਼ਕਤੀ ਦਾ ਸੰਬੰਧ ਤੀਜੇ ਨੇਤਰ ਨਾਲ ਹੋਇਆ, ਤਾਂ ਤੀਜੇ ਨੇਤਰ ਨੇ ਇਸ એનર્ਜੀ ਨੂੰ ਇੱਕਦਮ ਹੀ ਆਪਣੇ ਵੱਲ ਖਿੱਚ ਲੈਣਾ ਹੈ। ਉਸ ਤੋਂ ਬਾਅਦ ਕੀ ਹੋਵੇਗਾ, ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗੇਗਾ ਕਿ ਤੁਹਾਡੇ ਨਾਭੀ ਚੱਕਰ ਤੋਂ ਗਰਮ ਅਤੇ ਠੰਡੇ ਪ੍ਰਕਾਸ਼ ਦੇ ਕਣ ਉੱਪਰ ਨੂੰ ਦੌੜਨ ਲੱਗ ਜਾਣਗੇ। ਜਦੋਂ ਆਪਨੇ ਆਪਣੇ ਧਿਆਨ ਨੂੰ ਮੱਥੇ ਦੇ ਵਿਚਕਾਰ ਇਕਾਗਰ ਕੀਤਾ ਤੇ ਕੁਝ ਦਿਨ ਹੋ ਸਕਦਾ ਹੈ ਮੱਥਾ ਭਾਰਾ ਭਾਰਾ ਰਵੇ, ਉਹਦਾ ਕਾਰਨ ਹੈ ਕਿਉਂਕਿ ਇੱਥੇ ਮੁਕਤੀ ਦੁਆਰ ਹੈ। ਇਸ ਕਾਰਨ ਇਸ ਜਗ੍ਹਾ ਤੇ ਧਿਆਨ ਇੱਕਦਮ ਨਹੀਂ ਇਕਾਗਰ ਹੁੰਦਾ। ਆਪ ਨੂੰ ਕੁਝ ਦਿਨ ਅਭਿਆਸ ਕਰਨਾ ਪਵੇਗਾ। 2 ਮਿੰਟ ਧਿਆਨ ਇਕਾਗਰ ਕਰੋ। ਜੇ ਸਿਰ ਦਰਦ ਕਰਦਾ ਫਿਰ ਧਿਆਨ ਨੂੰ ਉੱਦਾਂ ਛੱਡ ਦਿਓ। ਇਸੇ ਤਰ੍ਹਾਂ ਬਾਰ-ਬਾਰ ਕੋਸ਼ਿਸ਼ ਕਰਨੀ ਹੈ। 2-4 ਦਿਨਾਂ ਦੇ ਵਿੱਚ ਆਪ ਜੀ ਦਾ ਜੋ ਸੁਰਤੀ ਹੈ
ਉਸਨੇ ਆਪਣੇ ਆਪ ਹੀ ਉਸ ਜਗ੍ਹਾ ਤੇ ਇਕਾਗਰ ਹੋਣ ਲੱਗ ਜਾਣਾ ਹੈ। ਜਦੋਂ ਵੀ ਧਿਆਨ ਇਕਾਗਰ ਹੋਇਆ ਆਪ ਨੂੰ ਝਟਕੇ ਲੱਗਣੇ ਹਨ ਤੇ ਥੋੜੇ ਦਿਨਾਂ ਲਈ ਇਸ ਤਰ੍ਹਾਂ ਦਾ ਰਹੇਗਾ ਕਿ ਥੋੜੇ ਦੰਦੂੜਕ ਵੀ ਵੱਜ ਸਕਦੇ ਹਨ। ਸਾਧਨਾ ਦਾ ਜੋ ਇਹ ਪੜਾਅ ਹੈ, ਇਸ ਦੇ ਵਿੱਚੋਂ ਹਰ ਇੱਕ ਮਨੁੱਖ ਨੂੰ ਲੰਘ ਕੇ ਹੀ ਜਾਣਾ ਪਵੇਗਾ। ਜਿਵੇਂ ਜਿਵੇਂ ਆਪ ਜੀ ਦੀ ਸੁਰਤੀ ਗਹਿਰੇ ਤੱਤਾਂ ਵਿੱਚ ਪ੍ਰਵੇਸ਼ ਕਰੇਗੀ, ਆਪ ਨੂੰ ਲੱਗੇਗਾ ਕਿ ਆਪ ਜੀ ਦੇ ਲਾਗੇ ਕੋਈ ਆ ਗਿਆ ਹੈ, ਜਿੱਦਾਂ ਕੋਈ ਚੀਜ਼ ਘੁੰਮ ਰਹੀ ਹੈ, ਪਰ ਲਾਗੇ ਕੋਈ ਵੀ ਨਹੀਂ ਹੋਵੇਗਾ। ਆਪ ਅੱਖਾਂ ਖੋਲ੍ਹ ਕੇ ਦੇਖ ਲੈਣਾ, ਉਹ ਕੇਵਲ ਆਪ ਜੀ ਦਾ ਭਰਮ ਹੈ। ਜਦੋਂ ਵੀ ਆਪਾਂ ਸਾਧਨਾ ਕਰਦੇ ਹਾਂ, ਉਸ ਦੇ ਨਾਲ ਕੀ ਹੁੰਦਾ ਹੈ, ਸਾਡੇ ਲਾਗੇ ਪੋਜ਼ਿਟਿਵ એનર્ਜੀ ਇਕੱਠੀ ਹੋ ਜਾਂਦੀ ਹੈ। ਸਾਧਨਾ ਦੇ ਵਿੱਚ ਆਪ ਨੇ ਕੋਸ਼ਿਸ਼ ਕਰਨੀ ਹੈ ਕਿ ਆਪਣਾ ਮੂੰਹ ਬੰਦ ਕਰਕੇ ਹੀ ਬੈਠਣਾ ਹੈ। ਜਦੋਂ ਆਪ ਧਿਆਨ ਸਿਮਰਨ ਕਰਦੇ ਹੋ ਤਾਂ ਕੀ ਹੁੰਦਾ ਹੈ ਕਿ ਆਟੋਮੈਟਿਕਲੀ ਮੂੰਹ ਦੇ ਵਿੱਚ ਇਹ ਪਾਣੀ ਜਿਹਾ ਆ ਜਾਂਦਾ ਹੈ। ਜੇਕਰ ਪਾਣੀ ਤਰਲ ਜਿਹਾ ਆਉਂਦਾ ਹੈ ਤਾਂ ਉਸ ਨੂੰ ਆਪਣੇ ਅੰਦਰ ਹੀ ਲੰਘਾ ਲੈਣਾ ਹੈ। ਜੇਕਰ ਆਪ ਮੂੰਹ ਖੋਲ੍ਹ ਕੇ ਸਾਧਨਾ ਕਰਦੇ ਹੋ, ਉਸ ਦੇ ਨਾਲ ਜੋ ਗਲਾ ਹੈ ਬਹੁਤ ਖੁਸ਼ਕ ਹੋ ਜਾਂਦਾ ਹੈ। ਆਪ ਨੇ ਕੋਸ਼ਿਸ਼ ਕਰਨੀ ਹੈ ਕਿ ਮੂੰਹ ਬੰਦ ਕਰਕੇ ਹੀ ਸਾਧਨਾ ਕੀਤੀ ਜਾਵੇ। ਬਾਕੀ ਜੇਕਰ ਆਪ ਸਾਧਨਾ ਸ਼ੁਰੂ ਕਰਦੇ ਹੋ ਤੇ ਥੋੜ੍ਹਾ ਬਹੁਤਾ ਆਪਣੇ ਆਲੇ ਦੁਆਲੇ ਜੋ ਤੁਹਾਡੇ ਲੋਕ ਹਨ ਉਹਨਾਂ ਨਾਲ ਚੰਗਾ ਵਿਵਹਾਰ ਕਰੋ, ਚੰਗਾ ਬੋਲੋ, ਤਾਂ ਜੋ ਅਨਨੈਸੈਸਰੀ ਡਿਸਪਿਊਟ ਤੋਂ ਬਚਿਆ ਜਾ ਸਕੇ। ਕਿਉਂਕਿ ਸੰਸਾਰ ਇੱਕ ਸ਼ਕਤੀ ਹੈ, ਅਸੀਂ ਜਿੱਦਾਂ ਦਾ ਇਹਦੇ ਨਾਲ ਰਿਐਕਸ਼ਨ ਕਰਦੇ ਹਾਂ ਉਸੇ ਹੀ ਤਰ੍ਹਾਂ ਦਾ ਰਿਐਕਸ਼ਨ ਸਾਨੂੰ ਵਾਪਸ ਮਿਲਦਾ ਹੈ। ਇੱਕ ਚੀਜ਼ ਦਾ ਆਪ ਨੇ ਖਾਸ ਕਰਕੇ ਧਿਆਨ ਰੱਖਣਾ ਹੈ, ਆਪ ਕਿਸੇ ਨੂੰ ਵੀ ਮਿਲਦੇ ਹੋ, ਕਿਸੇ ਦੇ ਪ੍ਰਤੀ ਕੋਈ ਮਾੜਾ ਲਫ਼ਜ਼ ਨਹੀਂ ਬੋਲਣਾ। ਬੇਸ਼ੱਕ ਅਗਲਾ ਇਨਸਾਨ ਭਾਵੇਂ ਗਲਤ ਵੀ ਹੋਵੇ, ਤੁਸੀਂ ਉਸ ਗੱਲ ਨੂੰ ਕਿਸੇ ਦੂਜੇ ਬੰਦੇ ਦੇ ਸਾਹਮਣੇ ਜ਼ਿਕਰ ਨਹੀਂ ਕਰਨਾ। ਹੈ ਤੇ ਨਿੱਕੀਆਂ ਨਿੱਕੀਆਂ ਗੱਲਾਂ, ਪਰ ਸਾਧਨਾ ਦੇ ਨਾਲ ਇਹਨਾਂ ਦਾ ਬਹੁਤ ਵੱਡਾ ਕਨੈਕਸ਼ਨ ਹੈ। ਹੁਣ ਸਧਾਰਨ ਤੌਰ 'ਤੇ ਆਪ ਨੇ ਦੇਖਿਆ ਹੋਵੇਗਾ, ਆਪਾਂ ਕਿਸੇ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਹਾਂ ਅਤੇ ਉਹ ਵੀ ਸਾਨੂੰ ਸਤਿ ਸ੍ਰੀ ਅਕਾਲ ਕਹਿੰਦਾ ਹੈ। ਜਦੋਂ ਆਪਾਂ ਕਿਸੇ ਨੂੰ ਬੁਰਾ ਵਰਡ ਬੋਲਦੇ ਹਾਂ ਤਾਂ ਉਹ ਵੀ ਸਾਨੂੰ ਬੁਰਾ ਵਰਡ ਬੋਲਦਾ ਹੈ। ਸੋ ਜਿੱਦਾਂ ਦੀ એનર્ਜੀ ਆਪਾਂ ਚਾਹੁੰਦੇ ਹਾਂ ਕਿ ਸਾਨੂੰ ਵਾਪਸ ਮਿਲੇ, ਆਪਾਂ ਉਸੇ ਹੀ ਤਰ੍ਹਾਂ ਦੀ એનર્ਜੀ ਲੋਕਾਂ ਨੂੰ ਦੇਣੀ ਹੈ। ਖਾਸ ਕਰਕੇ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਜਦੋਂ ਕੋਈ ਆਪ ਜੀ ਨੂੰ ਓਵਰਟੇਕ ਕਰੇ ਤਾਂ ਕੋਸ਼ਿਸ਼ ਕਰੋ ਆਪ ਵੀ ਉਸ ਦੇ ਨਾਲ ਰੇਸ ਨਹੀਂ ਲਗਾਉਣੀ, ਉਸ ਨੂੰ ਓਵਰਟੇਕ ਕਰਨ ਦਿਓ। ਕਿਉਂਕਿ ਜਦੋਂ ਆਪਾਂ ਦੂਜੇ ਨੂੰ ਓਵਰਟੇਕ ਕਰਦੇ ਹਾਂ, ਇਹਦੇ ਨਾਲ ਕੀ ਹੁੰਦਾ ਕਿ ਸਾਡੇ ਅੰਤਰਾਕਰਣ ਦੇ ਵਿੱਚ ਜਿਹੜੀ ਹਉਮੈ ਹੈ ਉਹ ਪ੍ਰਗਟ ਹੁੰਦੀ ਹੈ। ਜੇਕਰ ਤੁਹਾਨੂੰ ਕੋਈ ਓਵਰਟੇਕ ਕਰ ਰਿਹਾ ਹੈ ਤੇ ਉਸ ਨੂੰ ਕਰਨ ਦਿਓ, ਉਹਦੇ ਨਾਲ ਕੀ ਹੋਊਗਾ, ਤੁਹਾਡੇ ਅੰਤਰਾਕਰਣ ਦੇ ਵਿੱਚ ਜੋ ਵੀ ਹਲਚਲ ਹੋਵੇਗੀ ਤੁਹਾਨੂੰ ਉਹਦੇ ਬਾਰੇ ਪਤਾ ਲੱਗੇਗਾ। ਕੋਸ਼ਿਸ਼ ਕਰੋ ਆਪ ਜਿਹੜੀ ਵੀ ਮਸ਼ੀਨ ਚਲਾਉਂਦੇ ਹੋ, ਚਾਹੇ ਮੋਟਰਸਾਈਕਲ ਹੈ ਜਾਂ ਕਾਰ ਹੈ, ਉਸ ਨੂੰ ਇੱਕ ਨਿਰਧਾਰਿਤ ਸਪੀਡ ਵਿੱਚ ਹੀ ਚਲਾਇਆ ਜਾਵੇ, ਬਹੁਤਾ ਤੇਜ਼ ਨਾ ਚਲਾਇਆ ਜਾਵੇ। ਇੱਕ ਹੋਰ ਵੀ ਕੋਸ਼ਿਸ਼ ਕਰਨੀ ਹੈ, ਜਿਹੜੇ ਰਸਤੇ ਥਾਣੀ ਆਪ ਪਹਿਲਾਂ ਆਉਂਦੇ ਜਾਂਦੇ ਹੋ, ਉਸ ਰਸਤੇ ਦੀ ਜਗ੍ਹਾ ਕੁਝ ਨਵੇਂ ਰਸਤਿਆਂ ਥਾਣੀ ਵੀ ਆਪਣੇ ਆਪ ਨੂੰ ਲੈ ਕੇ ਜਾਓ। ਕਿਉਂਕਿ ਮਨ ਜੋ ਸਾਡਾ ਹੈ ਉਹ ਕੀ ਕਹਿੰਦਾ ਹੈ ਕਿ ਪੁਰਾਣੇ ਹੀ ਤਰੀਕੇ ਨਾਲ ਕਾਰਜ ਕੀਤਾ ਜਾਵੇ। ਨਵੇਂ ਰਸਤੇ ਵਿੱਚ ਇਸ ਨੂੰ ਜਾਣ ਲਈ ਪ੍ਰੋਬਲਮ ਆਉਂਦੀ ਹੈ, ਕਿਉਂਕਿ ਉਸ ਵਕਤ ਚੇਤਨ ਮਨ ਦੀ ਲੋੜ ਪੈਂਦੀ ਹੈ। ਸਬਕੌਂਸ਼ੀਅਸ ਮਾਈਂਡ ਕੋ ਡਾਟਾ ਨਹੀਂ ਹੈ, ਇਸ ਕਰਕੇ ਇਹ ਬਾਰ-ਬਾਰ ਚਾਹੁੰਦਾ ਹੈ ਕਿ ਪੁਰਾਣੇ ਹੀ ਰਸਤੇ ਥਾਣੀ ਜਾਇਆ ਜਾਵੇ। ਕਿਉਂਕਿ ਸਬਕੌਂਸ਼ੀਅਸ ਮਾਈਂਡ ਜਿਹੜਾ ਹੈਗਾ ਹੈ ਨਾ, ਉਹ ਚਾਹੁੰਦਾ ਵਾ ਕਿ ਜਿੱਥੇ ਮੈਂ ਬ੍ਰਸ਼ ਰੱਖਿਆ, ਜਿੱਥੇ ਮੇਰੀ ਪੇਸਟ ਪਈ ਹੈ, ਜਿੱਥੇ ਮੇਰੇ ਬੂਟ ਪਏ ਨੇ, ਉਹ ਸਾਰਾ ਸਮਾਨ ਉੱਥੇ ਹੀ ਹੋਵੇ। ਜੇਕਰ ਕਿਸੇ ਕਾਰਨ ਉਹ ਸਮਾਨ ਅੱਗੇ ਪਿੱਛੇ ਹੋ ਜਾਂਦਾ ਹੈ ਤਾਂ ਇਸ ਨੇ ਕ੍ਰੋਧੀ ਹੋ ਜਾਣਾ ਹੈ। ਤੁਸੀਂ ਆਪਣੇ ਐਕਸ਼ਨਾਂ ਦੇ ਉੱਪਰ ਇੱਕ ਆਬਜ਼ਰਵਰ ਦੀ ਤੌਰ 'ਤੇ ਵੇਖਣ ਦੀ ਕੋਸ਼ਿਸ਼ ਕਰਨੀ ਹੈ। ਆਪਣੇ ਮਨ ਦੀਆਂ ਜਿਹੜੀਆਂ ਆਦਤਾਂ ਹਨ ਉਹਨੂੰ ਤੋੜਨਾ ਹੈ। ਜੇਕਰ ਆਪ ਨਹਾਉਣ ਦੇ ਲਈ 10 ਮਿੰਟ ਲਾਉਂਦੇ ਹੋ ਤੇ 2 ਮਿੰਟ ਹੋਰ ਐਡ ਕਰੋ। ਜੇਕਰ ਆਪ ਖਾਣਾ ਖਾਣ ਲਈ 5 ਮਿੰਟ ਲਾਉਂਦੇ ਹੋ ਤੇ ਆਪ ਨੇ ਆਪਣੇ ਖਾਣੇ ਦੇ ਤਰੀਕੇ ਨੂੰ ਬਦਲਣਾ ਹੈ। ਚਿੱਥ ਕੇ ਖਾਣਾ ਹੈ, ਹੋਰ ਟਾਈਮ ਲਗਾਓ। ਇਹਦੇ ਨਾਲ ਕੀ ਹੋਊਗਾ ਕਿ ਹੌਲੀ ਹੌਲੀ ਕਰਕੇ ਜਿਹੜਾ ਮਨ ਦਾ ਪੁਰਾਣਾ ਸੁਭਾਅ ਹੈ ਉਹ ਹੌਲੀ ਹੌਲੀ ਇਸ ਤੋਂ ਅਲੱਗ ਹੁੰਦਾ ਜਾਵੇਗਾ। ਕੋਸ਼ਿਸ਼ ਕਰੋ ਜੇਕਰ ਆਪ ਸੱਜੇ ਹੱਥ ਨਾਲ ਬ੍ਰਸ਼ ਕਰਦੇ ਹੋ, 1-2 ਮਿੰਟ ਲਈ ਖੱਬੇ ਹੱਥ ਨਾਲ ਵੀ ਕੀਤਾ ਜਾਵੇ। ਥੋੜ੍ਹਾ ਔਖਾ ਤਾਂ ਲੱਗੇਗਾ, ਪਰ ਥੋੜ੍ਹਾ ਜਿਹਾ ਲਾਈਫ 'ਚ ਚੇਂਜ ਕਰੋ। ਇਹਦੀ ਜਿਹੜੀ ਨੀਂਦ ਆ ਉਸ ਨੂੰ ਕਿਸੇ ਤਰੀਕੇ ਨਾਲ ਤੋੜਨਾ ਹੈ। ਆਪਾਂ ਇਹਦੇ ਸਾਰੇ ਪੈਂਤੜਿਆਂ ਨੂੰ ਆਪਾਂ ਹੌਲੀ ਹੌਲੀ ਕਰਕੇ ਤੋੜਨਾ ਹੈ। ਮੰਨ ਲਓ ਆਪ ਐਕਸਰਸਾਈਜ਼ ਕਰ ਰਹੇ ਹੋ, ਆਪ ਨੇ 15 ਮਿੰਟ ਐਕਸਰਸਾਈਜ਼ ਕੀਤੀ ਹੈ, ਇਹ ਕਹਿੰਦਾ ਛੱਡ ਖੈੜਾ, ਬਸ ਕਰੀਏ, ਕੱਲ੍ਹ ਕਰਾਂਗੇ। ਉਸ ਵਕਤ ਕੀ ਕਰਨਾ ਹੈ, ਆਪ ਨੇ 3-4 ਮਿੰਟ ਹੋਰ ਐਕਸਰਸਾਈਜ਼ ਕਰਨੀ ਹੈ। ਇਹਦੀ ਗੱਲ ਜਿਹੜੀ ਕਰਦਾ ਹੈ ਨਾ, ਉਹਨੂੰ ਤੋੜਨਾ ਹੈ। ਜੇਕਰ ਇਤਿਹਾਸ ਦੇ ਉੱਪਰ ਨਜ਼ਰ ਮਾਰੀ ਜਾਵੇ ਨਾ, ਤਾਂ ਬਹੁਤ ਸਾਰੇ ਰਾਜੇ ਹੋਏ ਨੇ ਜਿਨ੍ਹਾਂ ਨੇ ਆਪਣਾ ਰਾਜ ਭਾਗ ਦਾ ਤਿਆਗ ਕੀਤਾ ਅਤੇ ਧਿਆਨ ਸਿਮਰਨ ਕੀਤਾ।
ਕਿਉਂਕਿ ਇੱਕ ਰਾਜੇ ਇਨਸਾਨ ਨੂੰ ਆਪਣੀ ਅੰਤਰਾਕਰਣ ਦੇ ਵਿੱਚ ਜੋ ਗਰੀਬੀ ਹੈ ਉਸ ਦੇ ਬਾਰੇ ਗਿਆਨ ਹੋ ਜਾਂਦਾ ਹੈ। ਪਰ ਇਹ ਨਹੀਂ ਆ ਕਿ ਆਪਾਂ ਸੰਸਾਰ ਨੂੰ ਛੱਡ ਕੇ ਭੱਜਣਾ, ਆਪਾਂ ਰਹਿਣਾ ਸੰਸਾਰ ਦੇ ਵਿੱਚ ਹੀ ਹੈ, ਪਰ ਆਪਣੇ ਆਪ ਨੂੰ ਵੀ 40-45 ਮਿੰਟ ਦਾ ਟਾਈਮ ਜ਼ਰੂਰ ਦੇਣਾ ਹੈ। ਜਦੋਂ ਆਪਾਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹਾਂ ਤਾਂ ਸਾਨੂੰ ਕਈ ਲੋਕ ਮਿਲਦੇ ਹਨ, ਸਾਡੀ ਉਹਨਾਂ ਨਾਲ ਪਹਿਚਾਣ ਬਣਦੀ ਹੈ, ਵਾਕ ਵੀ ਵੱਧਦੀ ਹੈ। ਇਸੇ ਹੀ ਤਰ੍ਹਾਂ ਇਨਸਾਨ ਇਕੱਲਾ ਹੀ ਇਸ ਸੰਸਾਰ 'ਤੇ ਆਉਂਦਾ ਹੈ, ਮੋਹ ਦੇ ਵਸ ਪੈ ਕੇ ਰਿਸ਼ਤੇਦਾਰੀਆਂ ਬਣਾਉਂਦਾ ਹੈ ਔਰ ਮੋਹ ਦੇ ਵਿੱਚ ਗ੍ਰਸਤ ਹੋਈ ਜਾਂਦਾ ਹੈ। ਜੇਕਰ ਆਪਾਂ ਸੰਸਾਰ ਨੂੰ ਇੱਕ ਟ੍ਰੇਨ ਵਾਂਗੂ ਲਈਏ ਤਾਂ ਫਿਰ ਬਹੁਤ ਫਾਲਤੂ ਦੀਆਂ ਚੀਜ਼ਾਂ ਤੋਂ, ਉਲਝਣਾਂ ਤੋਂ ਆਪਣੇ ਆਪ ਨੂੰ ਬਚਾਇਆ ਜਾ ਸਕਦਾ ਹੈ। ਬਾਣੀ ਵਿੱਚ ਜ਼ਿਕਰ ਕੀਤਾ ਗਿਆ ਹੈ, ਦੁੱਖ ਦਾਰੂ ਸੁਖ ਰੋਗ ਪਿਆ ਤਾਂ ਸੁਖ ਤਾਮ ਨਾ ਹੋਈ। ਤੇ ਦੁੱਖ ਜਦੋਂ ਆਉਂਦਾ ਹੈ ਤੇ ਫਿਰ ਹੀ ਬੰਦੇ ਨੂੰ ਗਿਆਨ ਹੁੰਦਾ ਹੈ, ਫਿਰ ਬੰਦੇ ਨੂੰ ਹੋਸ਼ ਆਉਂਦੀ ਹੈ। ਜਦੋਂ ਬੰਦੇ ਕੋਲ ਸੁੱਖ ਹੁੰਦਾ ਹੈ ਫਿਰ ਬੰਦੇ ਨੂੰ ਕੁਝ ਵੀ ਚੇਤੇ ਨਹੀਂ ਰਹਿੰਦਾ, ਫਿਰ ਉਹ ਆਪਣੇ ਆਪ ਨੂੰ ਵੀ ਭੁੱਲ ਜਾਂਦਾ ਹੈ। ਹੁਣ ਜਿਸ ਤਰ੍ਹਾਂ ਆਪਣੇ ਸਰੀਰ ਦੇ ਵਿੱਚ ਕਿਸੇ ਵੀ ਅੰਗ 'ਚ ਜਦੋਂ ਦਰਦ ਹੁੰਦਾ ਹੈ ਤੇ ਸਾਨੂੰ ਪਤਾ ਲੱਗਦਾ ਹੈ ਸਾਡੇ ਪੈਰ 'ਚ ਦਰਦ ਹੋ ਰਿਹਾ ਹੈ ਤੇ ਪੈਰ ਹੀ ਰਹਿ ਜਾਂਦਾ ਹੈ, ਬਾਕੀ ਸਾਰਾ ਸਰੀਰ ਭੁੱਲ ਜਾਂਦਾ ਹੈ। ਜੇਕਰ ਸਿਰ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਇਕੱਲਾ ਸਿਰ ਹੀ ਰਹਿ ਜਾਂਦਾ ਹੈ, ਬਾਕੀ ਸਾਰਾ ਸਰੀਰ ਭੁੱਲ ਜਾਂਦਾ ਹੈ। ਤੇ ਫਿਰ ਪਤਾ ਲੱਗਦਾ ਕਿ ਮੇਰੇ ਸਰੀਰ ਦੇ ਉੱਤੇ ਸਿਰ ਵੀ ਹੈ। ਤੇ ਜਿਹੜਾ ਸਵੈ ਅਸਤ ਆ, ਜਿਹੜਾ ਸਵਸਥ ਆ ਇਨਸਾਨ, ਉਹ ਕੀ ਹੈ ਕਿ ਉਹਦੇ ਸਰੀਰ ਦੇ ਅੰਦਰ ਦੁੱਖ ਨਹੀਂ ਹੈ। ਜੇਕਰ ਸਰੀਰ ਦੇ ਵਿੱਚ ਕੋਈ ਕਸ਼ਟ ਨਹੀਂ ਹੈ ਤੇ ਸਾਨੂੰ ਸਰੀਰ ਦਾ ਬੋਧ ਨਹੀਂ ਹੋਵੇਗਾ। ਸਰੀਰ ਦਾ ਬੋਧ ਹੋਣ ਦਾ ਕਾਰਨ ਹੀ ਕਸ਼ਟ ਹੈ। ਜਦੋਂ ਵੀ ਸਰੀਰ ਦੇ ਵਿੱਚ ਕੋਈ ਕਸ਼ਟ ਹੁੰਦਾ ਹੈ ਉਸ ਤੋਂ ਬਾਅਦ ਹੀ ਸਾਨੂੰ ਸਰੀਰ ਦਾ ਬੋਧ ਹੁੰਦਾ ਹੈ। ਹੁਣ ਮਨ ਦੀ ਕਿਰਿਆ ਕੀ ਹੈ ਕਿ ਕਈ ਪਦਾਰਥ ਪਹਿਲਾਂ ਸਾਡੇ ਕੋਲ ਨਹੀਂ ਸਨ, 5-10 ਸਾਲ 20 ਸਾਲ ਪਹਿਲਾਂ, ਹੁਣ ਉਹ ਸਾਰੇ ਪਦਾਰਥ ਹਨ, ਬਲਕਿ ਸਾਡੇ ਕੋਲ ਬਹੁਤ ਜ਼ਿਆਦਾ ਪਦਾਰਥ ਹਨ। ਪਰ ਇਹਦੇ ਬਾਵਜੂਦ ਵੀ ਮਨ ਜਿਹੜਾ ਵਾ ਲਗਾਤਾਰ ਨਿਰੰਤਰਨ ਗਤੀ ਕਰ ਰਿਹਾ ਹੈ। ਜਿਹੜੀ ਚੀਜ਼ ਦੀ ਆਪਾਂ ਇੱਛਾ ਕਰਦੇ ਹਾਂ ਉਸ ਨੂੰ ਛੱਡ ਕੇ ਜਦੋਂ ਵੀ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਅੱਗੇ ਜੰਪ ਕਰ ਜਾਂਦਾ ਹੈ। ਔਰ ਇਹ ਨਹੀਂ ਕਿ ਜਿਸ ਚੀਜ਼ ਦੇ ਪਿੱਛੇ ਹੁਣ ਭੱਜ ਰਿਹਾ ਉਸ ਦੀ ਪ੍ਰਾਪਤੀ ਤੋਂ ਬਾਅਦ ਇਸ ਨੇ ਸ਼ਾਂਤ ਹੋ ਜਾਣਾ, ਉਸ ਤੋਂ ਬਾਅਦ ਵੀ ਇਹਦੀ ਆਖਰ ਸਮੇਂ ਤੱਕ ਗਤੀ ਚੱਲੇਗੀ। ਹੁਣ ਦੇਖੋ, ਜਦੋਂ ਤੁਹਾਡਾ ਵਿਆਹ ਹੋਇਆ ਸੀ ਤੇ ਉਸ ਰਾਤ ਕਿੰਨਾ ਚਾਅ ਸੀ ਕਿ ਇੱਕ ਨਵਾਂ ਜੀਵਨ ਸਾਥੀ ਮਿਲਿਆ, ਉਹ ਜੀਵਨ ਸਾਥੀ ਮਿਲਿਆ ਜਿਸ ਦੀ ਇੱਛਾ ਸੀ। ਤੇ ਉਹ ਵੇਖੋ, ਜਦੋਂ ਉਹ ਜੀਵਨ ਸਾਥੀ ਪ੍ਰਾਪਤ ਹੋ ਗਿਆ ਤੇ ਹੁਣ ਤੁਹਾਨੂੰ ਕਿੰਨੇ ਸਾਲ ਹੋ ਗਏ ਉਹਨਾਂ ਦੇ ਨਾਲ ਰਹਿੰਦਿਆਂ ਨੂੰ, ਉਹ ਸਭ ਅਚਰਜ ਖਤਮ ਹੋ ਗਿਆ, ਉਹ ਖੁਸ਼ੀ ਖਤਮ ਹੋ ਗਈ। ਮਨ ਕੀ ਚਾਹੁੰਦਾ ਹੈ? ਮਨ ਹਮੇਸ਼ਾ ਹੀ ਜੰਪ ਕਰਨਾ ਚਾਹੁੰਦਾ ਹੈ। ਇਹ ਹਮੇਸ਼ਾ ਹੀ ਉੜਦੀਆਂ ਚਿੜੀਆਂ ਨੂੰ ਫੜਨਾ ਚਾਹੁੰਦਾ ਹੈ। ਜੋ ਚਿੜੀ ਇਹਦੇ ਕੋਲ ਬੈਠੀ ਹੈ ਇਹਨੇ ਕਦੇ ਵੀ ਉਸ ਵੱਲ ਨਹੀਂ ਵੇਖਣਾ। ਇਸੇ ਹੀ ਤਰ੍ਹਾਂ ਜਦੋਂ ਇੱਕ ਔਰਤ ਹੈ, ਜਦੋਂ ਉਹਦਾ ਵਿਆਹ ਹੁੰਦਾ ਹੈ ਤੇ ਕਿੰਨਾ ਉਹਦੇ ਅੰਦਰ ਇੱਕ ਅਚਰਜ ਹੁੰਦਾ ਵਾ ਕਿ ਮੇਰਾ ਜੀਵਨ ਸਾਥੀ ਹੈ, ਔਰ ਬਾਅਦ ਦੇ ਵਿੱਚ ਉਹਦੇ ਲਈ ਵੀ ਉਹ ਜਿਹੜਾ ਬੰਦਾ ਹੈ ਇੱਕ ਫਾਰਮੈਲਿਟੀ ਹੀ ਬਣ ਜਾਵੇਗਾ। ਹੌਲੀ ਹੌਲੀ ਉਸ ਆਨੰਦ ਨੇ ਅਣਗਿਣਤ ਪਰਤਾਂ ਦੇ ਥੱਲੇ ਦੱਬਿਆ ਜਾਣਾ ਹੈ। ਮੇਰੀ ਤੇ ਇਹੋ ਹੀ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ, ਜੋ ਵੀ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹੈ, ਜੀਵਨ ਸਾਥੀ ਦਿੱਤਾ ਹੈ, ਉਸ ਵਿੱਚ ਸੰਤੁਸ਼ਟ ਰਹੋ, ਖੁਸ਼ ਰਹੋ, ਕਿਉਂਕਿ ਪ੍ਰਮਾਤਮਾ ਨੇ ਤੁਹਾਡੇ ਲਈ ਬੈਸਟ ਮੈਚ ਕੀਤੀ ਹੈ ਔਰ ਇਹਦੇ ਵਿੱਚ ਹੀ ਸਾਨੂੰ ਖੁਸ਼ੀ ਮਿਲਣੀ ਹੈ। ਆਪ ਜੀ ਜੇਕਰ ਆਪਣੇ ਜੀਵਨ ਵੱਲ ਨਜ਼ਰ ਮਾਰਦੇ ਹੋ ਤਾਂ ਆਪ ਜੀ ਨੂੰ ਪਤਾ ਲੱਗੇਗਾ ਕਿ ਇੰਝ ਲੱਗੇਗਾ ਕਿ ਦੁੱਖ ਹੀ ਦੁੱਖ ਹਨ ਜੀਵਨ ਦੇ ਵਿੱਚ, ਦੁੱਖ ਨਹੀਂ ਹਨ। ਆਪ ਇੱਕ ਪੇਪਰ 'ਤੇ ਲਿਖ ਕੇ ਵੇਖੋ, ਆਪ ਦੇ ਕੋਲ ਪਹਿਲਾਂ ਚੰਗੀਆਂ ਚੀਜ਼ਾਂ ਕਿੰਨੀਆਂ ਹਨ, ਉਸ ਤੋਂ ਬਾਅਦ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਪਰੇਸ਼ਾਨੀਆਂ ਹਨ ਤੇ ਉਹ ਵੀ ਲਿਖੋ। ਉਹ 2 ਜਾਂ 4 ਹੀ ਹੋਣਗੀਆਂ। ਪਰ ਕੀ ਹੁੰਦਾ ਕਿ ਬੰਦਾ ਨਾ ਪਰੇਸ਼ਾਨੀ ਨੂੰ ਜ਼ਿਆਦਾ ਹੀ ਖਿਲਾਰ ਕੇ ਵੇਖਦਾ ਹੈ ਔਰ ਇੱਕਦਮ ਰੌਲਾ ਪਾਉਣ ਡੈ ਪੈਂਦਾ ਹੈ ਕਿ ਜੀਵਨ 'ਚ ਪਤਾ ਨਹੀਂ ਕਿੰਨੇ ਕੁ ਦੁੱਖ ਨੇ। ਪਰ ਇੱਦਾਂ ਨਹੀਂ ਹੈ। ਜੀਵਨ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਨੇ 1-2% ਨੇ, 3% ਨੇ, 97% ਜਿਹੜਾ ਬੰਦਾ ਸੁਖੀ ਹੈ। ਪਰਮ ਆਨੰਦ ਅਤੇ ਪਰਮ ਸ਼ਾਂਤੀ ਨੂੰ ਅਨੁਭਵ ਕਰਨ ਦੇ ਲਈ ਹਰ ਇੱਕ ਮਨੁੱਖ ਨੂੰ ਖੁਦ ਸਾਧਨਾ ਕਰਨੀ ਪੈਣੀ ਹੈ। ਜੋ ਪਰਮ ਸ਼ਕਤੀ ਹੈ ਉਸ ਨੂੰ ਸਾਧਨਾ ਦੇ ਵਿੱਚ ਅਸੀਂ ਪੁਕਾਰਨਾ ਹੈ। ਨਾਮ ਨਾਲ ਕੋਈ ਫਰਕ ਨਹੀਂ ਪੈਂਦਾ। ਆਪ ਕਿਸੇ ਵੀ ਨਾਮ ਦੇ ਨਾਲ ਪ੍ਰਮਾਤਮਾ ਨੂੰ ਪੁਕਾਰ ਸਕਦੇ ਹੋ। ਅੰਤਰ ਧਿਆਨ ਹੋ ਕੇ ਜਦੋਂ ਵੀ ਅਸੀਂ ਪਰਮ ਸ਼ਕਤੀ ਨੂੰ ਪੁਕਾਰਿਆ ਤਾਂ ਉਸ ਨੇ ਸਾਡੀ ਆਵਾਜ਼ ਨੂੰ ਆਪਣੇ ਆਪ ਹੀ ਸੁਣ ਲੈਣਾ ਹੈ। ਜਦੋਂ ਆਪ ਨੇ ਕੁਝ ਦਿਨ ਲਗਾਤਾਰ ਧਿਆਨ ਸਿਮਰਨ ਕੀਤਾ ਤੇ ਤੁਹਾਡੀ ਸੁਰਤੀ ਨੇ ਆਪਣੇ ਆਪ ਹੀ ਅੰਤਰਾਕਰਣ ਵਿੱਚ ਗਤੀ ਸ਼ੁਰੂ ਕਰ ਦੇਣੀ ਹੈ। ਆਪ ਨੂੰ ਲੱਗੇਗਾ ਕਿ ਜਿਵੇਂ ਮੈਂ ਇੱਕ ਗੁਫਾ ਦੇ ਵਿੱਚ ਪ੍ਰਵੇਸ਼ ਕਰ ਰਿਹਾ ਜਾਂ ਮੈਂ ਕਿਸੇ ਗਹਿਰਾਈ ਖਾਈ ਦੇ ਵਿੱਚ ਡਿੱਗ ਰਿਹਾ ਹਾਂ। ਅਸਲ ਦੇ ਵਿੱਚ ਆਪ ਕਿਤੇ ਪ੍ਰਵੇਸ਼ ਨਹੀਂ ਕਰ ਰਹੇ, ਨਾ ਹੀ ਆਪ ਕਿਸੇ ਖਾਈ ਦੇ ਵਿੱਚ ਡਿੱਗ ਰਹੇ ਹੋ। ਇਹ ਕੇਵਲ ਉਦੋਂ ਹੀ ਅਨੁਭਵ ਹੁੰਦਾ ਹੈ
ਜਦੋਂ ਸੁਰਤੀ ਆਪਣੇ ਆਪ ਵਿੱਚ ਸਥਿਰ ਹੁੰਦੀ ਹੈ, ਉਹਦੇ ਨਾਲ ਕੀ ਹੁੰਦਾ ਹੈ ਕਿ ਐਦਾਂ ਦਾ ਅਨੁਭਵ ਹੁੰਦਾ ਹੈ। ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਇੱਕ ਮੈਂ ਗਹਿਰੇ ਖੂਹ ਦੇ ਵਿੱਚ ਡਿੱਗੀ ਜਾ ਰਿਹਾ ਹਾਂ। ਇਹ ਸਾਰਾ ਕੇਵਲ ਸੁਰਤੀ ਦੇ ਕਰਕੇ ਹੀ ਆਪ ਨੂੰ ਅਨੁਭਵ ਹੋ ਰਿਹਾ ਹੈ। ਸਾਡੇ ਜੀਵਨ ਦੇ ਵਿੱਚ ਭਾਵੇਂ ਜੋ ਕੁਝ ਵੀ ਹੈ, ਸਾਨੂੰ ਉਸ ਪਰਮ ਸ਼ਕਤੀ ਦਾ ਸ਼ੁਕਰ ਹੀ ਕਰਨਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਹਰ ਇੱਕ ਮਨੁੱਖ ਨੂੰ ਉਸ ਦੀ ਔਕਾਤ ਤੋਂ ਵੱਧ ਹੀ ਦਿੰਦਾ ਹੈ। ਜਿਵੇਂ ਜਿਵੇਂ ਸਾਡੀ ਪਾਤਰਤਾ ਵੱਧਦੀ ਜਾਂਦੀ ਹੈ, ਉਸੇ ਹਿਸਾਬ ਨਾਲ ਹੀ ਪਰਮਾਤਮਾ ਸਾਡੀ ਝੋਲੀ ਵਿੱਚ ਹੋਰ ਪਦਾਰਥਾਂ ਨੂੰ ਪਾਉਂਦਾ ਹੈ। ਅੱਜ ਦੀ ਵਿਚਾਰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।